ਇਨਸਾਨ ਦੀ ਜਿਹੜੀ ਬੁੱਧੀ ਹੈ ਨਾ ਉਹ ਬਹੁਤ ਲਿਮਿਟਿਡ ਹੋ ਚੁੱਕੀ ਹੈ। ਉਹ ਇੱਕ ਚੀਜ਼ ਨੂੰ ਮੰਨਦਾ ਹੋਵੇਗਾ, ਉਹ ਉਸੇ ਨੂੰ ਹੀ ਮੰਨਦਾ ਰਹੇ। ਪਰ ਕੋਈ ਹੋਰ ਬੰਦਾ ਹੈ ਜਿਸ ਨੂੰ ਹੋਰ ਕਿਸੇ ਚੀਜ਼ ਦਾ ਅਨੁਭਵ ਹੈ, ਉਹਦੀ ਮਾਨਤਾ ਹੋਰ ਕਿਸੇ ਚੀਜ਼ ਵਿੱਚ ਹੈ। ਇਹ ਇਨਸਾਨ ਉਸ ਇਨਸਾਨ ਦੀ ਚੀਜ਼ ਨੂੰ ਨਹੀਂ ਮੰਨੇਗਾ, ਸਿਰਫ ਇੱਕੋ ਹੀ ਚੀਜ਼ ਨੂੰ ਮੰਨੇਗਾ। ਇਸ ਨੂੰ ਬੋਲਦੇ ਨੇ ਬਾਇਸਨੈਸ। ਹਰ ਇੱਕ ਇਨਸਾਨ ਦੇ ਮਨ ਵਿੱਚ ਗਿਆਨ ਵੀ ਵਸਿਆ ਤੇ ਅਹੰਕਾਰ ਵੀ ਵਸਿਆ, ਤਾਂ ਹੀ ਕਰਕੇ ਮੈਂ ਦਾ ਭਾਵ ਹੈ। ਜ਼ਿਆਦਾਤਰ ਜਿਹੜੀ ਜਾਣਕਾਰੀ ਸਾਡੇ ਮਨ ਵਿੱਚ ਵਸੀ ਹੁੰਦੀ ਹੈ ਔਰ ਜਿਹੜੀ ਸਾਨੂੰ ਯਾਦ ਹੁੰਦੀ ਹੈ ਉਹ ਮੈਕਸਿਮਮ 2 ਜਾਂ 3% ਸਾਨੂੰ ਯਾਦ ਹੁੰਦੀ ਹੈ। ਇਹਦਾ ਮਤਲਬ ਆ ਹੈ ਲਗਭਗ 98 ਜਾਂ 97% ਅਹੰਕਾਰ ਦਾ ਕਬਜ਼ਾ ਹੈ। ਇਨਸਾਨ ਦੀ ਜਿਹੜੀ ਬੁੱਧੀ ਹੈ ਨਾ ਉਹ ਬਹੁਤ ਲਿਮਿਟਿਡ ਹੋ ਚੁੱਕੀ ਹੈ, ਜਿਸ ਨੂੰ ਸਾਈਕੋਲੋਜੀ ਵਿੱਚ ਬਾਇਸਨੈਸ ਬੋਲਦੇ ਨੇ ਜਾਂ ਫਿਰ ਅਨਕੌਂਸ਼ੀਅਸ ਬਾਇਸ ਬੋਲਦੇ ਨੇ। ਮਤਲਬ ਇਨਸਾਨ ਕੀ ਹੈ ਨਾ, ਉਸ ਨੂੰ ਇੱਕ ਚੀਜ਼ ਦਾ ਅਨੁਭਵ ਹੋਏਗਾ ਜਾਂ ਫਿਰ ਉਹ ਇੱਕ ਚੀਜ਼ ਨੂੰ ਮੰਨਦਾ ਹੋਵੇਗਾ, ਉਹ ਉਸੇ ਨੂੰ ਹੀ ਮੰਨਦਾ ਰਹੇਗਾ। ਔਰ ਕੋਈ ਹੋਰ ਬੰਦਾ ਹੈ ਜਿਸ ਨੂੰ ਹੋਰ ਕਿਸੇ ਚੀਜ਼ ਦਾ ਅਨੁਭਵ ਹੈ, ਉਹਦੀ ਮਾਨਤਾ ਹੋਰ ਕਿਸੇ ਚੀਜ਼ ਵਿੱਚ ਹੈ। ਇਹ ਇਨਸਾਨ ਉਸ ਇਨਸਾਨ ਦੀ ਚੀਜ਼ ਨੂੰ ਨਹੀਂ ਮੰਨੇਗਾ, ਸਿਰਫ ਇੱਕੋ ਹੀ ਚੀਜ਼ ਨੂੰ ਮੰਨੇਗਾ। ਇਸ ਨੂੰ ਬੋਲਦੇ ਨੇ ਬਾਇਸਨੈਸ, ਲਿਮਿਟਿਡ ਮਾਈਂਡਸੈਟ। ਉਹ ਇਨਸਾਨ ਦਾ ਸੁਭਾਅ ਹੈ। ਇਹ ਦਰਅਸਲ ਅਹੰਕਾਰ ਦਾ ਸੁਭਾਅ ਹੈ। ਅਹੰਕਾਰ ਕਰਦਾ ਕੀ ਹੈ ਨਾ ਕਿ ਜਿਹੜੀ ਵੀ ਚੀਜ਼ ਜਿਸਮ ਦੇ ਨੇੜੇ ਰਹੇ ਉਸ ਚੀਜ਼ ਨਾਲ ਜੁੜ ਜਾਏਗਾ। ਉਦਾਹਰਨ ਦੇਣਾ ਮੈਂ ਤੁਹਾਨੂੰ, ਹੁਣ ਮੈਂ ਬੋਲਣਾ ਹੈ ਜਿਸਮ ਕਿਦਾ ਹੈ, ਮੇਰਾ ਹੈ। ध्यान दोगे ये मेरा बोलने वाला है कौन? अहंकार। अहंकार दावा कर रहा है कि ये मेरा है, मेरा घर है। ऑटोमेटिकली निकल गया, देखो मेरा घर। किसने दावा किया? अहंकार ने दावा किया। इस वेले बोल कौन रहा है? मैं बोल रहा, फिर अहंकार दा ही दावा आया, अहंकार दा ही दावा आया। ठीक उसी तरीके तो अगर जानकारी है या मान्यता है, किदी मान्यता है? मेरी है। वो की रहा है अहंकार ਇਹਦੇ ਨਾਲ ਵੀ ਜੁੜ ਰਿਹਾ। ਜਦ ਅਹੰਕਾਰ ਇੱਕ ਮਾਨਯਤਾ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ ਨਾ ਪੂਰੀ ਤਰੀਕੇ ਤੋਂ ਦੂਜੀ ਮਾਨਯਤਾ ਨਾਲ ਜੋੜਨ ਲਈ ਇਨਕਾਰੀ ਹੋ ਜਾਂਦਾ, ਨਹੀਂ ਜੋੜਦਾ। ਇਹੀ ਲਿਮਿਟਿਡ ਮਾਈਂਡਸੈਟ ਕ੍ਰੀਏਟ ਕਰਦਾ ਹੈ। ਹੁੰਦਾ ਕੀ ਹੈ ਤੇ ਪਿੱਛੇ ਦਾ ਕਾਰਨ ਕੀ ਹੈ ਮੈਂ ਦੱਸਦਾ। ਮਨ ਵਿੱਚ ਹਰ ਇੱਕ ਇਨਸਾਨ ਦੇ ਮਨ ਵਿੱਚ ਗਿਆਨ ਵੀ ਵਸਿਆ ਤੇ ਅਹੰਕਾਰ ਵੀ ਵਸਿਆ, ਤਾਂ ਹੀ ਕਰਕੇ ਮੈਂ ਦਾ ਭਾਵ ਹੈ, ਮੇਰਾ ਦਾ ਭਾਵ ਹੈ ਔਰ ਨੈਚੁਰਲ ਹੈ। ਹਰ ਇੱਕ ਇਨਸਾਨ ਦੇ ਅੰਦਰ ਅਹੰਕਾਰ ਹੈ। और अहंकार ना रहे तो फिर अनिल हक, तू करता तू हुआ, सिर्फ तू ही रह जाएगा, मैं रह ही नहीं जाऊंगा क्योंकि मैं ही नहीं ना। मैं दी उपज अहंकार तो है, अहंकार ही नहीं तो मैं दा भाव ही नहीं, मैं दा भाव ही नहीं तो फिर तू ही राइट। ते अहंकार करदा की है कि अहंकार बहुतात तलते ਮਨ ਉੱਤੇ ਕਬਜ਼ਾ ਕਰਕੇ ਬਹਿ ਜਾਂਦਾ ਹੈ। ਇਹ ਮਨ ਦਰਅਸਲ ਗਿਆਨ ਦੀ ਜਾਗੀਰ ਹੈ, ਇਹ ਗਿਆਨ ਦਾ ਘਰ ਹੈ। ਦਰਅਸਲ ਅਹੰਕਾਰ ਬਸ ਆਪਣਾ ਕਬਜ਼ਾ ਜਮਾ ਕੇ ਬੈਠਿਆ ਹੈ। ਜ਼ਿਆਦਾਤਰ ਜਿਹੜੀ ਜਾਣਕਾਰੀ ਸਾਡੇ ਮਨ ਵਿੱਚ ਵਸੀ ਹੁੰਦੀ ਹੈ ਔਰ ਜਿਹੜੀ ਜਾਣਕਾਰੀ ਸਾਨੂੰ ਯਾਦ ਹੁੰਦੀ ਹੈ ਉਹ ਮੈਕਸਿਮਮ 2 ਜਾਂ 3% ਸਾਨੂੰ ਯਾਦ ਹੁੰਦੀ ਹੈ। ਇਹਦਾ ਮਤਲਬ ਆ ਹੈ ਲਗਭਗ 98 ਜਾਂ 97% ਅਹੰਕਾਰ ਦਾ ਕਬਜ਼ਾ ਹੈ ਮਨ ਤੇ। ਹੋਰ ਅਹੰਕਾਰ ਜਿਹੜਾ ਇਹ ਕਬਜ਼ਾ ਹੈ ਨਾ, ਇਹ ਕਬਜ਼ਾ ਛੱਡਣਾ ਨਹੀਂ ਚਾਹੁੰਦਾ। ਠੀਕ, ਮੰਨ ਲਵੋ ਮੈਂ ਇੱਕ ਨਵੀਂ ਕਿਸਮ ਦੀ ਜਾਣਕਾਰੀ ਕਬੂਲ ਕਰ ਲਵਾਂ तो नेचुरली ज्ञान का स्तर वध जाएगा। ज्ञान का स्तर ਵਧੇਗਾ
ਤੇ ਫਿਰ ਅਹੰਕਾਰ ਦਾ ਸਤਰ ਆਪਣੇ ਆਪ ਘਟ ਜਾਵੇਗਾ। ਹਾਂਜੀ ਰਾਈਟ। ਅਹੰਕਾਰ ਦਾ ਸਤਰ ਅਗਰ ਘਟ ਜਾਵੇਗਾ, ਇਹਦਾ ਮਤਲਬ ਆ ਹੈ ਅਹੰਕਾਰ ਨੂੰ ਆਪਾਂ ਇਸ ਘਰ ਤੋਂ ਬੇਘਰ ਕਰ ਰਹੇ ਹਾਂ। ਔਰ ਅਹੰਕਾਰ ਬੇਘਰ ਹੋਏਗਾ ਤਾਂ ਅਹੰਕਾਰ ਨੂੰ ਪਤਾ ਉਹਦੀ ਮ੍ਰਿਤਿੂ ਹੋ ਜਾਵੇਗੀ, ਔਰ ਅਹੰਕਾਰ ਮਰਨਾ ਨਹੀਂ ਚਾਹੁੰਦਾ। ਤਾਈ ਕਰਕੇ ਗਿਆਨ ਨੂੰ ਵਧਣ ਦੀ ਇਜਾਜ਼ਤ ਹੀ ਨਹੀਂ ਦਿੰਦਾ, ਕਿਉਂਕਿ ਅਗਰ ਗਿਆਨ ਵਧੇਗਾ ਤਾਂ ਉਹ ਬੇਘਰ ਹੋਏਗਾ ਤਾਂ ਉਹਦੀ ਮ੍ਰਿਤਿੂ ਹੋ ਜਾਏਗੀ। ਜੇਕਰ ਆਪਾਂ ਸਾਨੂੰ ਵੀ ਜੀਣ ਲਈ ਰੋਟੀ, ਕੱਪੜਾ ਤੇ ਮਕਾਨ ਦੀ ਲੋੜ ਹੈ ਨਾ। ਹਾਂਜੀ ਹਾਂ। ਮਕਾਨ ਨਾ ਰਹੇ ਤਾਂ ਜੀਣਾ ਬੜਾ ਔਖਾ ਹੈ। ਬਿਲਕੁਲ। ਮ੍ਰਿਤਿੂ ਦੀ ਬਹੁਤ ਵੱਡੀ ਸੰਭਾਵਨਾ ਹੈ। ਠੀਕ ਉਸੇ ਤਰੀਕੇ ਤੋਂ ਅਹੰਕਾਰ ਵੀ ਆਪਣੇ ਆਪ ਵਿੱਚ ਇੱਕ ਜੀਵ ਹੀ ਹੈ। ਉਹ ਵੀ ਜ਼ਿੰਦਾ ਰਹਿਣਾ ਚਾਹੁੰਦਾ ਹੈ। ਉਹ ਜ਼ਿੰਦਾ ਰਹਿਣ ਲਈ ਇਸ ਨਾਜਾਇਜ਼ ਕਬਜ਼ੇ ਨੂੰ ਇੰਟੈਕਟ ਰੱਖਣਾ ਚਾਹੁੰਦਾ ਹੈ। ਤਾਈ ਕਰਕੇ ਨਵੀਂ ਗੱਲ ਕਬੂਲ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਅਹੰਕਾਰ। ਭਾਵ ਪੈਦਾ ਕਰਦਾ ਹੈ ਨਾ, ਇਨਸਾਨ ਕਦ ਨਹੀਂ ਕਬੂਲ ਕਰੇਗਾ ਨਵੀਂ ਗੱਲ ਨੂੰ, ਨਵੀਂ ਜਾਣਕਾਰੀ ਨੂੰ। ਕੀ ਭਾਵ ਹੁੰਦਾ ਉਹਦੇ ਪਿੱਛੇ? ਮੈਂ ਜਾਣਦਾ, ਮੈਨੂੰ ਪਤਾ ਇਹ ਭਾਵ ਅਹੰਕਾਰ ਹੀ ਹੈ। ਅਹੰਕਾਰ ਹੀ, ਇਹਦਾ ਮਤਲਬ ਅਹੰਕਾਰ ਹੀ ਨਵੀਂ ਜਾਣਕਾਰੀ ਨੂੰ ਕਬੂਲ ਕਰਨ ਦੀ ਇਜਾਜ਼ਤ ਨਹੀਂ ਦੇ ਰਿਹਾ। ਰਾਈਟ। ਕਿਉਂਕਿ ਅਹੰਕਾਰ ਮਰਨਾ ਨਹੀਂ ਚਾਹੁੰਦਾ। ਲੇਕਿਨ ਆਪਾਂ ਅਗਰ ਧਿਆਨ ਦਈਏ ਨਾ, ਆਪਾਂ ਦਵੈ ਦੇ ਆਯਾਮ ਵਿੱਚ ਰਹਿ ਰਹੇ ਹਾਂ, ਜਿੱਥੇ ਉਹ ਵੀ ਗੱਲ ਸੱਚ ਹੈ, ਉਹਦੇ ਠੀਕ ਵਿਪਰੀਤ ਇਹ ਵੀ ਗੱਲ ਸੱਚ ਹੈ। ਬਸ ਗੱਲ ਇੰਨੀ ਜੀ ਹੈ ਕਿ ਆਪਾਂ ਜਾਂ ਫਿਰ ਇੱਕ ਆਯਾਮ ਦਾ ਅਨੁਭਵ ਕਰ ਚੁੱਕੇ ਹਾਂ ਜਾਂ ਫਿਰ ਇੱਕ ਆਯਾਮ ਵਿੱਚ ਮੰਨਨੇ ਹਾਂ, ਔਰ ਉਸ ਆਯਾਮ ਨਾਲ ਅਹੰਕਾਰ ਜੁੜ ਚੁੱਕਿਆ ਹੈ, ਜਿਹਦੇ ਕਾਰਨ ਦੂਜੇ ਆਯਾਮ ਨੂੰ ਕਬੂਲਣ ਨੂੰ ਤਿਆਰ ਨਹੀਂ ਅਹੰਕਾਰ।